ਮੈਂ ਸੁਖਵਿੰਦਰ ਕੌਰ ਫਰੀਦਕੋਟ ਆਪ ਜੀ ਦੇ ਸਾਹਮਣੇ ਇੱਕ ਕਹਾਣੀ ਪੇਸ਼ ਕਰ ਰਹੀ ਹਾਂ, ਜਿਸ ਦਾ ਨਾਮ ਹੈ ਔਰਤਾਂ ਨੂੰ ਹੀ ਗਾਲਾਂ ਅਤੇ ਮਰਦਾਂ ਨੂੰ ਅਸੀਸਾਂ ਕਿਉਂ। ਸਿਮਰਨ ਮੈਡਮ ਰੋਜ਼ਾਨਾ ਵਾਂਗ ਕਾਹਲੀ ਕਾਹਲੀ ਘਰੋਂ ਤਿਆਰ ਹੋ ਕੇ ਬੱਸ ਵਿੱਚ ਸਵਾਰ ਹੋ ਕੇ ਸਕੂਲ ਜਾ ਰਹੀ ਸੀ। ਸਵੇਰੇ 4 ਵਜੇ ਤੋਂ ਉੱਠ ਕੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਉਹ ਕੁਝ ਥੱਕੀ ਹੋਈ ਮਹਿਸੂਸ ਕਰ ਰਹੀ ਸੀ। ਬੱਸ ਵਿੱਚ ਬੈਠ ਕੇ ਚੈਨ ਲੈਂਦਿਆਂ ਉਸ ਨੇ ਅੱਖਾਂ ਬੰਦ ਕਰ ਲਈਆਂ ਅਤੇ ਸਕੂਲ ਵਿੱਚ ਕਰਾਏ ਜਾਣ ਵਾਲੇ ਕੰਮਾਂ ਬਾਰੇ ਸੋਚਣ ਲੱਗੀ। ਬੱਸ ਚੱਲਣ ਵਿੱਚ ਕੁਝ ਮਿੰਟ ਬਾਕੀ ਸਨ, ਪਰ ਪਿਛਲੀ ਬੱਸ ਵਾਲੇ ਕੰਡਕਟਰ ਨੇ ਬੱਸ ਦੀ ਵਾਰੀ 'ਤੇ ਜ਼ੋਰ-ਜ਼ੋਰ ਦੀ ਹੱਥ ਮਾਰਦਿਆਂ ਬੱਸ ਖੜਕਾ ਕੇ ਕਿਹਾ, ਛੇਤੀ ਚੱਲੋ, ਟਾਈਮ ਹੋ ਗਿਆ, ਛੇਤੀ ਨਿਕਲੋ, ਤੁਸੀਂ ਤਾਂ ਸਾਡਾ ਹਰ ਰੋਜ਼ 1 ਮਿੰਟ ਖਾ ਜਾਂਦੇ ਹੋ। ਪਹਿਲੀ ਬੱਸ ਵਾਲੇ ਡਰਾਈਵਰ ਨੇ ਘੜੀ ਵਿਖਾ ਕੇ ਕਿਹਾ, ਹਾਲੇ ਤਾਂ ਸਾਡੇ 2 ਮਿੰਟ ਪਏ ਨੇ। ਇਸ ਤਰ੍ਹਾਂ 1 ਮਿੰਟ 2 ਮਿੰਟ ਤੋਂ ਸਵਾਰੀਆਂ ਪਿੱਛੇ ਲੜਾਈ ਸ਼ੁਰੂ ਹੋ ਗਈ ਤਾਂ ਉਹ ਇੱਕ ਦੂਜੇ ਦੀਆਂ ਮਾਵਾਂ ਧੀਆਂ ਭੈਣਾਂ ਨੂੰ ਮੋਟੀਆਂ-ਮੋਟੀਆਂ ਗਾਲਾਂ, ਜੋ ਬਿਨਾਂ ਕਿਸੇ ਸਵਾਰੀ ਦੀ ਸੰਗ ਸ਼ਰਮ ਕੀਤਿਆਂ ਉੱਚੀ ਅਤੇ ਸਪਸ਼ਟ ਆਵਾਜ਼ ਵਿੱਚ ਕੱਢ ਰਹੇ ਸਨ। ਗਾਲਾਂ ਕੱਢਦਿਆਂ ਸਾਡੀ ਬੱਸ ਦੇ ਡਰਾਈਵਰ ਨੇ ਅੱਡੇ ਵਿੱਚੋਂ ਬਾਹਰ ਬੱਸ ਕੱਢ ਲਈ। ਫਿਰ ਅੱਧਾ ਘੰਟਾ ਚੱਲ ਕੇ ਬੱਸ ਇੱਕਦਮ ਰੁਕ ਗਈ ਅਤੇ ਸਾਰੀਆਂ ਸਵਾਰੀਆਂ, ਕੁਝ ਸੁੱਤੀਆਂ, ਕੁਝ ਪਾਠ ਕਰਦੀਆਂ ਅਤੇ ਕੁਝ ਵਿਚਾਰਾਂ ਵਿੱਚੋਂ ਖੋਈਆਂ ਹੋਈਆਂ, ਅਚਾਨਕ ਬੱਸ ਦੀ ਬ੍ਰੇਕ ਲੱਗਣ ਨਾਲ ਅੱਬੜ-ਵਾਹੇ ਉੱਠ ਕੇ ਇੱਧਰ ਉੱਧਰ ਦੇਖਣ ਲੱਗੀਆਂ। ਖੜੀਆਂ ਸਵਾਰੀਆਂ ਵੀ ਇੱਕ ਦੂਜੇ ਵਿੱਚ ਵੱਜ ਕੇ ਸੰਭਲ ਗਈਆਂ। ਬਾਹਰੋਂ ਇੱਕ ਆਦਮੀ ਨੇ ਬੱਸ ਡਰਾਈਵਰ ਨੂੰ ਗਲੇ ਤੋਂ ਫੜ ਕੇ ਹੇਠਾਂ ਲਾ ਲਿਆ ਅਤੇ ਉਸ ਨੂੰ ਕੁੱਟਣ ਲੱਗ ਪਿਆ ਅਤੇ ਬੱਸ ਦਾ ਡਰਾਈਵਰ ਵੀ ਕੰਡਕਟਰ ਨੂੰ ਕਹਿੰਦਾ, ਲਿਆਓ ਇਹ ਰਾੜ ਇੱਧਰੋਂ, ਇਹਦੀ ਮਾਂ। ਅਤੇ ਇਸ ਤਰ੍ਹਾਂ ਅਨੇਕਾਂ ਮਾਵਾਂ ਧੀਆਂ ਅਤੇ ਭੈਣਾਂ ਦੀਆਂ ਗਾਲਾਂ ਕੱਢ ਕੇ ਆਪਣੀ ਜ਼ੁਬਾਨ ਗੰਦੀ ਕਰਨ ਲੱਗਿਆ। ਇਸ ਤਰ੍ਹਾਂ ਕਿਸੇ ਦੀ ਵੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ, ਪਰ ਸਾਰੀਆਂ ਸਵਾਰੀਆਂ ਨੂੰ ਬੱਸ ਦੇ ਟਰੱਕ ਡਰਾਈਵਰ ਦੀਆਂ ਗਾਲਾਂ, ਜੋ ਅਸ਼ਲੀਲ ਭਾਸ਼ਾ ਵਰਤ ਕੇ ਕੱਢ ਰਹੇ ਸਨ, ਬੜੀਆਂ ਸ਼ਰਮਸਾਰ ਕਰ ਰਹੀਆਂ ਸਨ। ਪਰ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਉਹਨਾਂ ਅੱਗੇ ਬੋਲਣ ਦੀ। ਕੋਈ ਵੀ ਐਵੇਂ ਮੁੱਲ ਲੜਾਈ ਨਹੀਂ ਸੀ ਲੈਣਾ ਚਾਹੁੰਦਾ। ਕੀ ਹੋ ਗਿਆ ਚੱਲੋ, ਪਹਿਲਾਂ ਹੀ ਅਸੀਂ ਤਾਂ ਲੇਟ ਹਾਂ। ਸਰਕਾਰੀ ਮੁਲਾਜ਼ਮ ਬੱਸ ਵਿੱਚ ਰੌਲਾ ਪਾ ਰਹੇ ਸਨ। ਗੱਲ ਕੀ ਹੋਣੀ ਆ, ਕੰਡਕਟਰ ਨੇ ਦੱਸਿਆ। ਵਿਚਾਲੇ ਖੜੇ ਟਰੱਕ ਵਿੱਚ ਬੱਸ ਲੱਗ ਜਾਣੀ ਸੀ, ਪਰ ਫਿਰ ਵੀ ਬੱਚਤ ਹੋ ਗਈ। ਇਸ ਤਰ੍ਹਾਂ ਕਹਿੰਦਿਆਂ ਬੱਸ ਆਪਣੀ ਮੰਜ਼ਿਲ ਵਧਣ ਲੱਗੀ। ਪਰ ਸਿਮਰਨ ਮੈਡਮ ਦਾ ਮਨ ਮਰਦਾਂ ਵੱਲੋਂ ਵਾਰ-ਵਾਰ ਆਪਣੀ ਲੜਾਈ ਕਰਕੇ ਔਰਤਾਂ ਨੂੰ ਗਾਲਾਂ ਕੱਢਦਿਆਂ ਸੁਣ ਕੇ ਬੜਾ ਕਲਪਿਆ ਪਿਆ ਸੀ ਅਤੇ ਉਹ ਸੋਚਦੀ ਸੀ, ਆਖਰ ਕਦੋਂ ਤੱਕ ਮਰਦ ਵੀਰ ਆਪਣੀ ਗਲਤੀ ਕਰਕੇ ਇੱਕ ਦੂਜੇ ਦੀਆਂ ਘਰ ਬੈਠੀਆਂ ਮਾਵਾਂ ਧੀਆਂ ਭੈਣਾਂ ਨੂੰ, ਜਿਨ੍ਹਾਂ ਨੂੰ ਉਹਨਾਂ ਕਦੇ ਵੀ ਨਹੀਂ ਦੇਖਿਆ, ਗਾਲਾਂ ਕੱਢਦੇ ਰਹਿਣਗੇ। ਉਹ ਇੱਕ ਦੂਜੇ ਨੂੰ ਕੁੱਤਾ, ਕਮੀਨਾ, ਗਧਾ, ਬੇਵਕੂਫ ਜਾਂ ਹੋਰ ਇਹੋ ਜਿਹੇ ਅਲਫਾਜ਼ ਵਰਤ ਕੇ ਕਿਉਂ ਨਹੀਂ ਲੜਦੇ। ਮਰਦ ਇੱਕ ਦੂਜੇ ਦੀ ਸ਼ਾਨ ਵਿਰੁੱਧ ਹੋਰ ਕੋਈ ਸ਼ਬਦ ਕਿਉਂ ਨਹੀਂ ਕੱਢ ਲੈਂਦੇ, ਪਰ ਘਰ ਬੈਠੀਆਂ ਔਰਤਾਂ ਨੂੰ ਹੀ ਨਿਸ਼ਾਨਾ ਕਿਉਂ ਬਣਾਉਂਦੇ ਹਨ। ਉਸਦੇ ਮਨ ਵਿੱਚ ਤਰ੍ਹਾਂ ਦੇ ਸਵਾਲ ਆ ਰਹੇ ਸਨ। ਅਸੀਂ ਸਭ ਔਰਤਾਂ ਕਿਉਂ ਨਹੀਂ ਆਪਣੇ ਵਿਰੁੱਧ ਹੋ ਰਹੇ ਅਜਿਹੇ ਸ਼ਬਦਾਂ ਦਾ ਇਸਤੇਮਾਲ ਸੁਣ ਕੇ ਬੋਲਦੀਆਂ, ਅਸੀਂ ਕਿਉਂ ਚੁੱਪ ਰਹਿੰਦੀਆਂ ਹਾਂ। ਕਦੇ ਕਿਸੇ ਔਰਤ ਲੇਖਿਕਾ ਨੇ ਜਾਂ ਮਰਦ ਲੇਖਕ ਨੇ ਵੀ ਇਸ ਵਿਰੁੱਧ ਆਵਾਜ਼ ਨਹੀਂ ਉਠਾਈ ਕਿ ਮੈਂ ਅਧਿਆਪਕਾ ਹੋਣ ਦੇ ਨਾਤੇ ਇਸ ਬੁਰਾਈ ਵਿਰੁੱਧ ਆਵਾਜ਼ ਨਹੀਂ ਬਣ ਸਕਦੀ, ਕਿ ਮੈਂ ਇਸ ਬੁਰਾਈ ਦੇ ਅੰਤ ਵਾਸਤੇ ਕੁਝ ਆਪਣਾ ਯੋਗਦਾਨ ਨਹੀਂ ਪਾ ਸਕਦੀ। ਉਸਦੇ ਮਨ ਵਿੱਚੋਂ ਆਵਾਜ਼ ਆਈ, ਕਿਉਂ ਨਹੀਂ। ਜੇਕਰ ਸਤੀ ਪ੍ਰਥਾ, ਬਾਲ ਵਿਆਹ, ਵਿਧਵਾ ਵਿਆਹ, ਦਾਜ ਪ੍ਰਥਾ ਵਰਗੀਆਂ ਬੁਰਾਈਆਂ ਦਾ ਅੰਤ ਹੋ ਸਕਦਾ ਹੈ ਤਾਂ ਉਹਨਾਂ ਵਿਰੁੱਧ ਕਾਨੂੰਨ ਵੀ ਪਾਸ ਹੋ ਸਕਦੇ ਹਨ, ਤਾਂ ਫਿਰ ਕਿਉਂ ਨਹੀਂ ਇਹੋ ਜਿਹੀ ਬੁਰਾਈ ਦਾ ਵੀ ਅੰਤ ਹੋ ਜਾਂਦਾ। ਕਦੋਂ ਤੱਕ ਸਾਡਾ ਸਮਾਜ ਲਕੀਰ ਦਾ ਫਕੀਰ ਬਣ ਕੇ ਇਹੋ ਜਿਹੀਆਂ ਰੀਤਾਂ ਨਿਭਾਉਂਦਾ ਰਹੇਗਾ ਅਤੇ ਔਰਤ ਨੂੰ ਜਲੀਲ ਕਰਦਾ ਰਹੇਗਾ। ਆਪਣੇ ਵਿਚਾਰਾਂ ਵਿੱਚ ਡੁੱਬੀ ਦੀ ਲੜੀ ਉਦੋਂ ਟੁੱਟੀ ਜਦੋਂ ਨਾਲ ਦੀ ਮੈਡਮ ਨੇ ਮੋਢਾ ਫੜ ਕੇ ਕਿਹਾ, ਮੈਡਮ ਸਕੂਲ ਆ ਗਿਆ ਹੈ, ਉਤਰਨਾ ਨਹੀਂ। ਬੱਸ ਵਿੱਚ ਉਤਰ ਕੇ ਸਕੂਲ ਜਾਂਦਿਆਂ ਹਾਜ਼ਰੀ ਲਾ ਕੇ ਮੈਡਮ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਅੱਜ ਦੇ ਵਿਚਾਰ ਦੀ ਥਾਂ ਸਮਝਾਉਣ ਲੱਗੀ ਕਿ ਬੇਟਾ, ਅਸੀਂ ਸਮਾਜ ਵਿੱਚ ਵੱਖ-ਵੱਖ ਥਾਵਾਂ 'ਤੇ ਦੇਖਦੇ ਹਾਂ ਅਤੇ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਬੱਚੇ ਸਮੇਂ-ਸਮੇਂ 'ਤੇ ਗਾਲਾਂ ਕੱਢਦੇ ਹਨ। ਉਵੇਂ ਹੀ ਅੱਜ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਕੋਈ ਵੀ ਬੱਚਾ ਸਕੂਲ ਦੇ ਅੰਦਰ ਅਤੇ ਬਾਹਰ ਕਦੇ ਵੀ ਗਾਲਾਂ ਨਹੀਂ ਕੱਢੇਗਾ। ਅਤੇ ਹੋਰ ਕਈ ਗੱਲਾਂ ਸਮਝਾ ਕੇ ਮੈਡਮ ਸਮੇਂ ਦੀ ਘਾਟ ਹੋਣ ਕਾਰਨ ਗਾਲਾਂ ਨਾ ਕੱਢਣ ਦਾ ਉਪਦੇਸ਼ ਦੇ ਕੇ ਸਟੇਜ ਤੋਂ ਉਤਰ ਗਈ।
ਪਹਿਲੇ ਪੀਰੀਅਡ 7ਵੀਂ ਜਮਾਤ ਵਿੱਚ ਮੈਡਮ ਕਲਾਸ ਨੂੰ ਸਮਾਜਿਕ ਬੁਰਾਈਆਂ ਬਾਰੇ ਪੜ੍ਹਾ ਰਹੀ ਸੀ। ਅਚਾਨਕ ਇੱਕ ਬੱਚੇ ਨੇ ਦੂਜੇ ਦੇ ਥੱਪੜ ਮਾਰਿਆ ਅਤੇ ਗਾਲ ਕੱਢੀ, ਤੇਰੀ ਮਾਂ, ਅਤੇ ਅੱਗੋਂ ਚੁੱਪ ਕਰ ਗਿਆ। ਸ਼ਾਂਤ ਬੈਠੀ ਕਲਾਸ ਵਿੱਚ ਗਾਲ ਕੱਢੀ ਦਾ ਰੌਲਾ ਪੈ ਗਿਆ। ਚਲੋ ਦੋਨੋਂ ਖੜੇ ਹੋ ਜਾਓ, ਕੀ ਗੱਲ ਹੈ ਦੱਸੋ, ਮੈਡਮ ਨੇ ਕਿਹਾ। ਮੈਡਮ, ਮੈਂ ਇਹਦੇ ਥੱਪੜ ਤਾਂ ਮਾਰਿਆ, ਇਹਨੇ ਮੇਰੀ ਚੁੰਡੀ ਵੱਢੀ ਸੀ। ਨਹੀਂ ਮੈਡਮ, ਮੈਂ ਇਹਦੀ ਚੁੰਡੀ ਨਹੀਂ ਵੱਢੀ, ਇਹਨੇ ਮੇਰੀ ਪ੍ਰਕਾਸ਼ 'ਤੇ ਵੱਜ ਗਈ। ਪਰ ਗਾਲਾਂ ਕਿਉਂ ਕੱਢਦੇ ਹੋ? ਕਿੰਨਾ ਸਮਝਾਉਂਦੀ ਹਾਂ ਕਿ ਗਾਲਾਂ ਨਹੀਂ ਕੱਢਣੀਆਂ। ਬੱਚੇ ਨੇ ਕਿਹਾ, ਨਹੀਂ ਮੈਡਮ, ਮੈਂ ਗਾਲ ਤਾਂ ਨਹੀਂ ਕੱਢੀ। ਨਹੀਂ ਮੈਡਮ, ਮੈਂ ਗਾਲ ਤਾਂ ਨਹੀਂ ਕੱਢੀ। ਸਾਰੀ ਕਲਾਸ ਵਿੱਚ ਰੌਲਾ ਪੈ ਗਿਆ, ਮੈਡਮ ਇਹਨੇ ਗਾਲ ਕੱਢੀ ਹੈ, ਝੂਠ ਬੋਲਦਾ ਹੈ, ਇਹਨੇ ਗਾਲ ਕੱਢੀ ਹੈ। ਪਰ ਬੱਚਾ ਪੈਰਾਂ 'ਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ ਅਤੇ ਫਿਰ ਨਾਲ ਦੀ ਨੂੰ ਪੁੱਛਦਾ ਹੈ, ਮੈਂ ਸੱਚੀ ਗਾਲ ਕੱਢੀ ਸੀ? ਫਿਰ ਉਹ ਕਹਿੰਦਾ ਹੈ, ਮੈਡਮ ਮੇਰੇ ਗਾਲ ਕਦੋਂ ਮੂੰਹੋਂ ਨਿਕਲ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ, ਅੱਗੋਂ ਤੋਂ ਗਾਲ ਨਹੀਂ ਕੱਢਦਾ। ਥੋੜ੍ਹੇ ਚਿਰ ਪਿੱਛੋਂ ਇੱਕ ਬੱਚੇ ਦੀ ਦਾਦੀ ਮੈਡਮ ਨੂੰ ਮਿਲਣਾ ਚਾਹੁੰਦੀ ਹੈ। ਕਿਵੇਂ ਪੜ੍ਹਦਾ ਹੈ ਭੈਣ ਜੀ? ਇਹ ਘਰੇ ਤਾਂ ਜਮਾਂ ਵੀ ਨਹੀਂ ਪੜ੍ਹਦਾ। ਪਿੰਡ ਵਿੱਚੋਂ ਹੁਣ ਤਾਂ ਲਾਂਭੇ ਵੀ ਆਉਣ ਲੱਗ ਪਏ ਨੇ ਇਹਦੇ, ਕਿ ਲੜਾਈ ਕਰਦਾ ਅਤੇ ਨਾਲੇ ਗਾਲਾਂ ਕੱਢਦਾ ਹੈ ਬਹੁਤ ਜ਼ਿਆਦਾ। ਤੁਸੀਂ ਇਹਦੇ ਪਾਪਾ ਅਤੇ ਦਾਦਾ ਨੂੰ ਦੱਸੋ। ਸਾਡੇ ਕੋਲ ਤਾਂ ਬੱਚਾ 6 ਘੰਟੇ ਰਹਿੰਦਾ ਹੈ, ਬਾਕੀ ਸਮਾਂ ਤਾਂ ਤੁਸੀਂ ਹੀ ਧਿਆਨ ਰੱਖਣਾ ਹੁੰਦਾ ਹੈ। ਕੀ ਦੱਸੀਏ ਭੈਣ ਜੀ, ਉਹ ਤਾਂ ਦਾਰੂ ਨਾਲ ਡੱਕ ਕੇ ਪੈ ਰਹਿੰਦੇ ਨੇ। ਇਹਦੀ ਮਾਂ ਬਾਹਰ ਕੰਮ ਕਰਨ ਜਾਂਦੀ ਹੈ। ਤੁਸੀਂ ਘਰ ਵਿੱਚ ਹੀ ਇਹਨੂੰ ਰੋਕਿਆ ਕਰੋ ਗਾਲਾਂ ਕੱਢਣ ਤੋਂ। ਮੈਡਮ ਪਹਿਲਾਂ ਤਾਂ ਲਾੜ ਨਾਲ ਇਹ ਜਦੋਂ ਬੋਲਣਾ ਸਿੱਖਿਆ ਗਾਲਾਂ ਕੱਢਣ ਲੱਗ ਪਿਆ ਅਤੇ ਸਾਰਿਆਂ ਨੂੰ ਤੋਤਲਾ ਬੋਲਦਾ ਬਹੁਤ ਹੀ ਸੋਹਣਾ ਲੱਗਿਆ ਕਰੇ ਅਤੇ ਸਾਰੇ ਹੱਸਣ ਲੱਗ ਪੈਂਦੇ। ਅਤੇ ਇਹਨਾਂ ਗੱਲਾਂ ਕਰਕੇ ਹੀ ਹੁਣ ਇਹਦੀ ਆਦਤ ਪੱਕ ਗਈ ਅਤੇ ਹੁਣ ਬਾਹਰੋਂ ਵੀ ਲਾਂਭੇ ਆਉਣ ਲੱਗ ਪਈ। ਮੈਂ ਕਿਹਾ, ਮੈਂ ਭੈਣ ਜੀ ਨੂੰ ਕਹਿ ਕੇ ਆਉਂਦੀ ਹਾਂ ਇਹਨੂੰ ਹਟਾਵੇ। ਮਾਂ ਜੀ, ਫਿਰ ਤਾਂ ਤੁਸੀਂ ਆਪ ਹੀ ਇਸ ਨੂੰ ਗਾਲਾਂ ਕੱਢਣ ਲਾਇਆ ਹੈ। ਇਸ ਵਿੱਚ ਤੁਹਾਡਾ ਹੀ ਕਸੂਰ ਹੈ, ਕਿਉਂ ਨਹੀਂ ਰੋਕਿਆ ਇਸ ਨੂੰ ਬਚਪਨ 'ਚ? ਗਾਲਾਂ ਤਾਂ ਇਹਦੇ ਖੂਨ ਵਿੱਚ ਹੀ ਰਲ ਗਈਆਂ ਹਨ ਅਤੇ ਇਸ ਨੂੰ ਗੁੜਤੀ ਹੀ ਗਾਲਾਂ ਦੀ ਮਿਲੀ ਹੈ। ਪਰ ਫਿਰ ਵੀ ਮੈਂ ਕੋਸ਼ਿਸ਼ ਕਰਾਂਗੀ ਬੇਟਾ, ਗਾਲਾਂ ਨਹੀਂ ਕੱਢਣੀਆਂ ਅੱਗੇ ਤੋਂ। ਹਰ ਜਮਾਤ ਵਿੱਚ ਕਿਸੇ ਨਾ ਕਿਸੇ ਬੱਚੇ ਦੀ ਸ਼ਰਾਰਤ ਕਰਦੇ ਦੀ ਕਦੇ ਇੱਕ ਅਤੇ ਕਦੇ ਪੂਰੀ ਅਤੇ ਕਦੇ ਅੱਧੀ ਗਾਲ ਦਿੰਦੇ ਮੈਡਮ ਸੁਣਦੀ। ਮੈਡਮ ਹਰ ਕਲਾਸ ਵਿੱਚ ਪੜ੍ਹਾਉਣ ਦੇ ਨਾਲ ਨਾਲ ਨੈਤਿਕ ਸਿੱਖਿਆ ਦਿੰਦੀ ਹੈ ਅਤੇ ਬੱਚਿਆਂ ਨੂੰ ਚੰਗੀਆਂ ਕਦਰਾਂ ਕੀਮਤਾਂ ਸਿਖਾਉਣ ਦੀ ਕੋਸ਼ਿਸ਼ ਕਰਦੀ। ਅੱਧੀ ਛੁੱਟੀ ਦੀ ਘੰਟੀ ਵੱਜਦੀ ਹੈ ਅਤੇ ਦੋ ਵਿਦਿਆਰਥੀ ਆਪਸ ਵਿੱਚ ਲੜ ਰਹੇ ਨੇ। ਉਹ ਇੱਕ ਦੂਜੇ ਦਾ ਨਾਲ ਪੁੱਠਾ ਨਾਂ ਲੈ ਕੇ ਇੱਕ ਦੂਜੇ ਨੂੰ ਛੇੜਦੇ ਨੇ ਅਤੇ ਫਿਰ ਇੱਕ ਦੂਜੇ ਦੇ ਨਾਲ ਲੜਦੇ ਉਹ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ। ਮੈਡਮ ਉਹਨਾਂ ਕੋਲ ਜਾ ਕੇ ਬੋਲੀ, ਹਾਂਜੀ ਬੇਟਾ ਦੱਸੋ, ਕਿਉਂ ਲੜ ਰਹੇ ਨੂੰ? ਮੈਡਮ, ਇਹ ਮੇਰੇ ਪਾਪੇ ਦਾ ਨਾਮ ਪੁੱਠਾ ਨਾਂ ਲੈਂਦਾ। ਮੈਡਮ, ਇਹਨੇ ਵੀ ਮੇਰੇ ਪਾਪੇ ਦਾ ਪੁੱਠਾ ਨਾਂ ਲਿਆ ਸੀ। ਇਸ ਤਰ੍ਹਾਂ ਬੱਚਿਆਂ ਨੂੰ ਮੈਡਮ ਪੁੱਠਾ ਨਾਂ ਲੈਣ ਤੋਂ ਰੋਕਦੇ ਨੇ ਅਤੇ ਗਾਲਾਂ ਨਾ ਕੱਢਣ ਦਾ ਉਪਦੇਸ਼ ਦਿੰਦੇ ਨੇ। ਇਸ ਤੋਂ ਬਾਅਦ ਮੈਡਮ +2 ਕਲਾਸ ਵਿੱਚ ਚਲੀ ਜਾਂਦੀ ਹੈ ਅਤੇ ਬੱਚਿਆਂ ਨੂੰ ਕਹਿੰਦੀ ਹੈ ਕਿ ਬੱਚਿਓ, ਤੁਸੀਂ ਸਕੂਲ ਦੀ ਸੀਨੀਅਰ ਮੋਸਟ ਕਲਾਸ ਹੋ। ਆਪਣੇ ਘਰੋਂ ਜਿਸ ਨੂੰ ਵੀ ਤੁਸੀਂ ਸਿਆਣਾ ਸਮਝਦੇ ਹੋ ਉਸ ਤੋਂ ਗਾਲਾਂ ਦੇ ਇਤਿਹਾਸ ਬਾਰੇ ਪੁੱਛ ਕੇ ਆਉਣਾ। ਇਹ ਤੁਹਾਡਾ ਹੋਮਵਰਕ ਹੈ। ਮੈਡਮ, ਤੁਸੀਂ ਦੇਖਿਆ ਹੋਵੇਗਾ ਕਿ ਕੋਈ ਵੀ ਔਰਤ ਜਦੋਂ ਬਜ਼ੁਰਗ ਔਰਤ ਦੇ ਪੈਰੀਂ ਹੱਥ ਲਾਉਂਦੀ ਹੈ ਤਾਂ ਵੱਡੀ ਉਮਰ ਦੀ ਔਰਤ ਵੱਲੋਂ ਉਸ ਨੂੰ ਵੱਖ ਅਸੀਸਾਂ ਦਿੱਤੀਆਂ ਜਾਂਦੀਆਂ ਹਨ, ਜਿਵੇਂ ਦੁੱਧੀ ਨਾਮੀ ਪੁੱਤੀ ਬਣੇ, ਤੇਰਾ ਸੁਹਾਗ ਭਾਗ ਬਣਿਆ ਰਹੇ, ਤੇਰੇ ਵੀਰਾਂ ਦੀ ਲੰਮੀ ਉਮਰ ਹੋਵੇ, ਵੀਰਾਂ ਦੀਆਂ ਜੋੜੀਆਂ ਬਣਨ। ਪਰ ਕੋਈ ਵੀ ਅਸੀਸ ਔਰਤ ਲਈ ਨਹੀਂ ਬਣੀ। ਔਰਤਾਂ ਸਭ ਤੋਂ ਮਹੱਤਵਪੂਰਨ ਅਹੁਦਾ ਮਰਦਾਂ ਨੂੰ ਹੀ ਦਿੰਦੀਆਂ ਹਨ। ਉਹ ਚੰਗਾ ਕੰਮ ਕਰਕੇ ਬੋਨਸ ਦੇ ਰੂਪ ਵਿੱਚ ਪਤੀ, ਪੁੱਤਰ, ਭਰਾ ਅਤੇ ਪਿਤਾ ਲਈ ਅਸੀਸਾਂ ਇਕੱਠੀਆਂ ਕਰਦੇ ਹਨ। ਪਰ ਮਰਦ ਵੀਰ ਕੋਝਾ ਘਿਨਾਉਣਾ ਅਤੇ ਭੈੜਾ ਕੰਮ ਕਰਕੇ ਔਰਤਾਂ ਨੂੰ ਹੀ ਗਾਲਾਂ ਕੱਢਦੇ ਹਨ। ਆਮ ਹਾਲਤਾਂ ਵਿੱਚ ਵੀ ਔਰਤਾਂ ਵਰਤ ਰੱਖ ਕੇ ਪਾਠ ਪੂਜਾ ਕਰਕੇ ਪਤੀ, ਪੁੱਤਰਾਂ ਅਤੇ ਭਰਾ ਦੀ ਲੰਬੀ ਉਮਰ ਲਈ ਕਾਮਨਾ ਕਰਦੀਆਂ ਹਨ। ਅੱਛਾ ਬੱਚਿਓ, ਅਗਲੇ ਦਿਨ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇਣਾ ਅਤੇ ਗਾਲਾਂ ਕੱਢਣ ਦੇ ਇਤਿਹਾਸ ਬਾਰੇ ਆਪਾਂ ਚਰਚਾ ਕਰਾਂਗੇ। ਅਗਲੇ ਦਿਨ +2 ਕਲਾਸ ਰੌਚਕ ਵਿਸ਼ੇ 'ਤੇ ਗੱਲ ਕਰਨ ਲਈ ਬੜੀ ਕਾਹਲੀ ਸੀ। ਮੈਡਮ ਕਦੋਂ ਆਉਣਗੇ ਸਾਡੀ ਕਲਾਸ ਵਿੱਚ? ਆਪਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ, ਮਹਿਕਦੀਪ ਨੇ ਮੈਡਮ ਨੂੰ ਕਿਹਾ। ਚੌਥਾ ਪੀਰੀਅਡ ਤੁਹਾਡੀ ਕਲਾਸ ਵਿੱਚ ਐਡਜਸਟ ਹੈ, ਉਦੋਂ ਮੈਂ ਆਊਂਗੀ, ਮੈਡਮ ਨੇ ਕਿਹਾ। ਚੌਥੇ ਪੀਰੀਅਡ ਵਿੱਚ ਬੱਚੇ ਬੜੇ ਉਤਸੁਕ ਸਨ ਵਿਚਾਰ ਵਟਾਂਦਰਾ ਕਰਨ ਲਈ। ਇੱਕ ਵਿਦਿਆਰਥੀ ਨੂੰ ਦੱਸੋ
ਕੀ ਕਿਹਾ ਘਰਦਿਆਂ ਨੇ? ਮੈਡਮ ਇਹ ਤਾਂ ਸਾਡੀ ਬੋਲੀ ਤੇ ਸੱਭਿਆਚਾਰ ਦਾ ਅੰਗ ਹੈ। ਵਿਦਿਆਰਥੀ ਨੇ ਕਿਹਾ, ਮੇਰੇ ਦਾਦਾ ਜੀ ਕਹਿੰਦੇ ਸੀ ਕਿ ਸਾਡੇ ਪਿਓ ਦਾਦਾ ਪਹਿਲਾਂ ਗਾਲਾਂ ਕੱਢਦੇ ਹੁੰਦੇ ਸੀ ਤੇ ਅਸੀਂ ਵੀ ਉਹਨਾਂ ਤੋਂ ਸਿੱਖ ਕੇ। ਇਹ ਤਾਂ ਪੁਰਾਣੇ ਸਮੇਂ ਤੋਂ ਕੱਢੀਆਂ ਜਾਂਦੀਆਂ। ਇੱਕ ਹੋਰ ਵਿਦਿਆਰਥੀ, ਸਾਡੀਆਂ ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਵੀ ਹੀਰੋ ਗਾਲਾਂ ਕੱਢਦੇ ਨੇ, ਪਰ ਹੈ ਮੈਡਮ ਮਾੜੀ ਗੱਲ। ਇੱਕ ਬੱਚਾ ਬੋਲਿਆ, ਮੈਡਮ ਕੁਝ ਲੋਕ ਤਾਂ ਪਸ਼ੂਆਂ ਨੂੰ, ਮੱਝਾਂ, ਗਾਵਾਂ ਤੇ ਬਲਦਾਂ ਨੂੰ ਵੀ ਗਾਲਾਂ ਕੱਢਦੇ ਨੇ, ਜਿਵੇਂ ਉਹ ਸਾਰੀ ਗੱਲ ਸਮਝਦੇ ਹੋਣ। ਉਹਨਾਂ ਨੂੰ ਬੇਜ਼ੁਬਾਨਾਂ ਨੂੰ ਕੀ ਪਤਾ, ਉਹਨਾਂ ਨੂੰ ਤਾਂ ਕੁਝ ਸਮਝ ਨਹੀਂ ਆਉਂਦਾ, ਪਰ ਲੋਕ ਐਵੇਂ ਆਪਣੀ ਜ਼ੁਬਾਨ ਗੰਦੀ ਕਰਦੇ ਨੇ। ਮੈਡਮ ਕੁਝ ਸਰਕਾਰੀ ਮਹਿਕਮਿਆਂ ਵਾਲੇ ਵੀ ਗਾਲਾਂ ਕੱਢਣ 'ਚ ਬੜੇ ਮਸ਼ਹੂਰ ਹਨ, ਜਿਵੇਂ। ਅਤੇ ਅੱਗੋਂ ਕਹਿੰਦੀ ਉਹ ਆਸੇ ਪਾਸੇ ਵੇਖਣ ਲੱਗ ਪਈ। ਉਸ ਅੱਗੋਂ ਉਹ ਬੋਲਦੀ ਚੁੱਪ ਕਰ ਗਈ। ਮੈਡਮ ਤੁਹਾਨੂੰ ਆਪ ਹੀ ਪਤਾ ਹੈ, ਨਹੀਂ ਤਾਂ ਕਲਾਸ ਵਾਲੇ ਮੇਰੇ ਨਾਲ ਲੜ ਜਾਣਗੇ। ਇਹ ਕਹਿੰਦੇ ਹੋਏ ਉਹ ਚੁੱਪ ਕਰ ਗਈ। ਮੈਡਮ, ਜੋਤੀ ਬੋਲੀ, ਮੇਰੀ ਚਾਚੀ ਨੇ PhD ਕੀਤੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਮੈਂ ਉਸ ਨੂੰ ਪੁੱਛਿਆ ਸੀ, ਉਹਨਾਂ ਨੇ ਮੈਨੂੰ ਦੱਸਿਆ ਕਿ ਮਨੂ ਸਮਰਿੱਧੀ ਇੱਕ ਧਾਰਮਿਕ ਗ੍ਰੰਥ ਹੈ, ਜਿਸ ਵਿੱਚ ਔਰਤ ਨੂੰ ਦੂਜੇ ਦਰਜੇ ਦਾ ਨਾਗਰਿਕ ਸਮਝਿਆ ਜਾਂਦਾ ਸੀ ਅਤੇ ਮਰਦਾਂ ਨੂੰ ਪਹਿਲੇ ਦਰਜੇ 'ਤੇ ਰੱਖਿਆ ਜਾਂਦਾ ਸੀ। ਔਰਤ ਨੂੰ ਨੀਵਾਂ ਦਿਖਾਉਣ ਲਈ ਅਨੇਕਾਂ ਅਖੌਤੀ ਧਾਰਮਿਕ ਵਿਦਵਾਨਾਂ, ਪੰਡਤਾਂ, ਯੋਗੀਆਂ ਨੇ ਇਸ ਨੂੰ ਸਪਣੀ ਤੇ ਬਾਗਣੀ ਕਹਿ ਕੇ ਵੀ ਨਿੰਦਿਆ ਕੀਤੀ। ਇਹ ਤਾਂ ਸਿੱਖ ਧਰਮ ਜੋ ਨਵਾਂ ਤੇ ਵਿਗਿਆਨਕ ਧਰਮ ਹੈ, ਉਸ ਵਿੱਚ ਔਰਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੋ ਕਿਉਂ ਮੰਦਾ ਆਖੀਏ, ਜਿੱਤ ਜੰਮੇ ਰਾਜਾਨ ਕਹਿ ਕੇ ਸਤਿਕਾਰਿਆ ਹੈ। ਮੰਦਰਾਂ ਵਿੱਚ ਵੀ ਦੇਵਦਾਸੀਆਂ ਦੇ ਰੂਪ ਵਿੱਚ ਔਰਤਾਂ ਦਾ ਬੜਾ ਸ਼ੋਸ਼ਣ ਕੀਤਾ ਜਾਂਦਾ ਸੀ। ਔਰਤ ਦੀ ਮਾੜੀ ਹਾਲਤ ਬਾਰੇ ਚਾਚੀ ਨੇ ਮੈਨੂੰ ਹੋਰ ਵੀ ਬਹੁਤ ਕੁਝ ਦੱਸਿਆ। ਹੋਰ ਕੋਈ ਵਿਦਿਆਰਥੀ ਦੱਸਣਾ ਚਾਹੁੰਦਾ ਹੈ ਜੋ ਘਰੋਂ ਪੁੱਛ ਕੇ ਆਇਆ ਹੈ? ਹਾਂਜੀ ਮੈਡਮ, ਇਹ ਦੱਸੂਗਾ। ਦੱਸੋ ਬੇਟਾ। ਮੈਡਮ ਝਿਜਕਦਿਆਂ ਹੋਇਆਂ ਉਸਨੇ ਕਿਹਾ, ਮੈਡਮ ਮੇਰਾ ਦਾਦਾ ਕਹਿੰਦਾ ਸੀ, ਮਾਂ, ਧੀ ਅਤੇ ਭੈਣ ਕਿਸੇ ਮਰਦ ਦੇ ਖੂਨ ਦੇ ਰਿਸ਼ਤੇ ਹੁੰਦੇ ਹਨ ਅਤੇ ਉਸ ਨੂੰ ਵੱਧ ਤੋਂ ਵੱਧ ਗੁੱਸਾ ਦਿਵਾਉਣ ਵਾਸਤੇ ਅਤੇ ਜਲੀਲ ਕਰਨ ਵਾਸਤੇ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਰਕੇ ਹੀ ਸ਼ਾਇਦ ਔਰਤਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ। ਇੱਕ ਕੁੜੀ ਬੋਲੀ, ਮੈਡਮ ਕਈ ਤਾਂ ਹਾਸਾ ਠੱਠਾ ਕਰਦੇ ਵੀ ਅਤੇ ਗੱਲਾਂ ਕਰਦੇ ਵੀ ਗਾਲਾਂ ਕੱਢੀ ਜਾਂਦੇ ਨੇ। ਕਈ ਲੋਕ ਤਾਂ ਮੈਡਮ ਫੋਨ ਕਰਦੇ ਵੀ ਗਾਲਾਂ ਕੱਢਦੇ ਰਹਿੰਦੇ ਨੇ। ਉਹ ਗੱਲਾਂ ਘੱਟ ਅਤੇ ਗਾਲਾਂ ਵੱਧ ਕੱਢਦੇ ਨੇ। ਉਂਝ ਤਾਂ ਅਸੀਂ ਕੰਜਕਾਂ ਦੀ ਪੂਜਾ ਕਰਦੇ ਹਾਂ, ਦੇਵੀਆਂ ਦੀ ਪੂਜਾ ਕਰਨ ਵਾਸਤੇ ਪਹਾੜਾਂ ਵਿੱਚ ਵੀ ਜਾਂਦੇ ਹਾਂ, ਪਰ ਪ੍ਰਸ਼ਾਦ ਦੇ ਰੂਪ ਵਿੱਚ ਔਰਤਾਂ ਦੇਵੀਆਂ ਨੂੰ ਗਾਲਾਂ ਦੇਣਾ ਕਿੱਥੋਂ ਦਾ ਨਿਆਂ ਹੈ? ਮੈਡਮ ਉਂਝ ਤਾਂ ਔਰਤਾਂ ਦੀ ਰੱਖਿਆ ਵਾਸਤੇ ਅਨੇਕਾਂ ਕਾਨੂੰਨ ਬਣੇ ਹਨ, ਜਿਵੇਂ ਨਾਰੀ ਸ਼ਕਤੀਕਰਨ, ਬੇਟੀ ਬਚਾਓ ਬੇਟੀ ਪੜ੍ਹਾਓ, ਔਰਤ ਦਿਵਸ। ਪਰ ਇਹ ਕਾਨੂੰਨ ਕਿਉਂ ਨਹੀਂ ਬਣਿਆ ਕਿ ਔਰਤਾਂ ਨੂੰ ਗਾਲਾਂ ਤੋਂ ਬਚਾਓ? ਸਾਰੀ ਜਮਾਤ ਹੱਸਣ ਲੱਗ ਪੈਂਦੀ ਹੈ। ਪਰ ਸਿਮਰਨ ਮੈਡਮ ਕਹਿੰਦੀ ਹੈ, ਜੇਕਰ ਸਾਡੀਆਂ ਬੱਚੀਆਂ ਇੰਝ ਸੋਚਣ ਲੱਗ ਪਈਆਂ ਤਾਂ ਉਹ ਦਿਨ ਜ਼ਰੂਰ ਆਵੇਗਾ। ਬੱਚਿਆਂ ਵਿੱਚੋਂ ਕਿਸੇ ਮੁੰਡੇ ਦੀ ਆਵਾਜ਼ ਆਈ, ਤੇਰੇ ਕਹਿਣ ਨਾਲ ਸਮਾਜ ਨਹੀਂ ਸੁਧਰਦਾ, ਤੂੰ ਕਿਹਨੂੰ ਸਮਝਾਏਂਗੀ? ਮੈਡਮ ਨੇ ਕਿਹਾ, ਨਹੀਂ ਬੇਟਾ, ਇਸ ਦੀ ਗੱਲ ਸਹੀ ਹੈ। ਮੈਡਮ ਨੇ ਕਿਹਾ, ਇਸ ਨਾਲ ਸੰਬੰਧਿਤ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦੀ ਹਾਂ। ਇੱਕ ਵਾਰ ਇੱਕ ਜੰਗਲ ਨੂੰ ਅੱਗ ਲੱਗ ਗਈ ਅਤੇ ਇੱਕ ਚਿੜੀ ਚੁੰਝ ਭਰ ਕੇ ਪਾਣੀ ਦੀਆਂ ਬੂੰਦਾਂ ਨਾਲ ਜੰਗਲ ਦੀ ਅੱਗ ਬੁਝਾਉਣ ਲੱਗੀ। ਪਰ ਜੰਗਲ ਦੇ ਪੰਛੀ ਉਸ ਨੂੰ ਮਜ਼ਾਕ ਕਰਦੇ ਹੋਏ ਕਹਿਣ ਲੱਗੇ, ਕਿੱਥੇ ਐਡਾ ਵੱਡਾ ਜੰਗਲ ਅਤੇ ਕਿੱਥੇ ਤੇਰੀ ਇੱਕ ਪਾਣੀ ਦੀ ਬੂੰਦ। ਪਰ ਚਿੜੀ ਨੇ ਜਵਾਬ ਦਿੱਤਾ, ਪਰ ਜਦੋਂ ਜੰਗਲ ਦਾ ਇਤਿਹਾਸ ਲਿਖਿਆ ਜਾਵੇਗਾ ਉਦੋਂ ਮੇਰਾ ਨਾਂ ਅੱਗ ਬੁਝਾਉਣ ਵਾਲਿਆਂ ਵਿੱਚ ਆਵੇਗਾ, ਅੱਗ ਲਾਉਣ ਵਾਲਿਆਂ ਵਿੱਚ ਨਹੀਂ। ਇੰਨੇ ਨੂੰ ਘੰਟੀ ਵੱਜ ਜਾਂਦੀ ਹੈ। ਮੈਡਮ ਅਗਲੀ ਜਮਾਤ ਵਿੱਚ ਜਾ ਕੇ ਪੜ੍ਹਾਉਣਾ ਸ਼ੁਰੂ ਕਰਦੀ ਹੈ। ਮੈਡਮ ਤੁਸੀਂ ਅੱਜ ਜੋ ਸਵੇਰੇ ਗੱਲ ਕਰਦੇ ਸੀ, ਗਾਲਾਂ ਸਾਡੇ ਸਮਾਜ ਦਾ ਕੋਝਾ ਪੱਖ ਪੇਸ਼ ਕਰਦੀਆਂ ਹਨ। ਇਹ ਸਾਡੀ ਸ਼ਖਸੀਅਤ ਨੂੰ ਬੌਣਾ ਬਣਾਉਂਦੀਆਂ ਹਨ। ਸਾਡਾ ਸਿੱਖਿਆ ਵਿਭਾਗ ਚੰਗੇ ਨਾਗਰਿਕ ਬਣਾਉਣ ਵਾਸਤੇ ਨਵੇਂ ਵਿਸ਼ੇ ਜਿਵੇਂ ਸਵਾਗਤ ਜ਼ਿੰਦਗੀ, ਨੈਤਿਕ ਸਿੱਖਿਆ ਦੇ ਕੇ ਅਨੇਕਾਂ ਦਿਵਸ ਮਨਾ ਕੇ ਇਸ ਬੁਰਾਈ ਦਾ ਅੰਤ ਕਰ ਰਿਹਾ ਹੈ। ਕੋਈ ਕਾਨੂੰਨ ਨਹੀਂ ਬਣ ਸਕਦਾ ਜਿਸ ਨਾਲ ਸਰਕਾਰੀ ਮਹਿਕਮਿਆਂ ਵਿੱਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ 'ਤੇ ਗਾਲਾਂ ਕੱਢਣ ਦੀ ਪਾਬੰਦੀ ਲੱਗੇ। ਅਤੇ ਮੈਡਮ ਸਾਡੇ ਨੇਤਾ ਅਤੇ ਬਹੁਤ ਧਾਰਮਿਕ ਆਗੂ ਵੀ ਗਾਲਾਂ ਕੱਢਦੇ ਹੁੰਦੀਆਂ ਸਮੇਂ ਵੀਡੀਓ ਵਾਇਰਲ ਹੁੰਦੀਆਂ ਹਨ। ਹਾਂਜੀ ਬੇਟਾ, ਮੈਂ ਵੀ ਦੇਖਿਆ ਹੈ। ਸਾਡੇ ਅਧਿਆਪਕ ਵਰਗ ਤਾਂ ਪਹਿਲਾਂ ਹੀ
ਬਹੁਤ ਦੂਰ ਹੈ ਅਜਿਹੀ ਬੁਰਾਈ ਤੋਂ। ਅਤੇ ਹੋਰ ਅਨੇਕਾਂ ਪਰਿਵਾਰ ਅਜਿਹੇ ਵੀ ਹੋਣਗੇ ਜਿਨ੍ਹਾਂ ਨੇ ਕਦੇ ਵੀ ਗਾਲਾਂ ਨਹੀਂ ਕੱਢੀਆਂ ਹੋਣਗੀਆਂ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਸਭ ਦਾ ਆਪਣੇ ਆਪਣੇ ਘਰਾਂ ਦਾ ਮਾਹੌਲ ਹੈ। ਅਸੀਂ ਵਿੱਦਿਆ ਦੇ ਚਾਨਣ ਨਾਲ ਅਤੇ ਅਸੀਂ ਸਭ ਔਰਤਾਂ, ਭਾਵੇਂ ਮਾਵਾਂ ਦੇ ਰੂਪ 'ਚ ਹੋਈਏ, ਭਾਵੇਂ ਭੈਣਾਂ, ਚਾਹੇ ਧੀਆਂ ਦੇ ਰੂਪ ਵਿੱਚ, ਘਰਾਂ ਪਰਿਵਾਰਾਂ ਵਿੱਚ ਸਮਝਾ ਕੇ ਇਸ ਬੁਰਾਈ ਦਾ ਅੰਤ ਜ਼ਰੂਰ ਕਰਾਂਗੀਆਂ। ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਬੋਲਦੀਆਂ ਹਨ, ਹਾਂ ਹਾਂ ਮੈਡਮ, ਅਸੀਂ ਸਭ ਇਸ ਬੁਰਾਈ ਦਾ ਜ਼ਰੂਰ ਅੰਤ ਕਰਾਂਗੀਆਂ। ਸੁੰਦਰ ਸਮਾਜ ਦੀ ਸਿਰਜਣਾ ਕਰਕੇ ਗਾਲਾਂ ਮੁਕਤ ਸਮਾਜ ਸਿਰਜਾਂਗੀਆਂ ਅਤੇ ਨਾਅਰਾ ਲਾਉਂਦੀਆਂ ਹਨ, ਬੇਟੀ ਬਚਾਓ, ਬੇਟੀ ਪੜ੍ਹਾਓ, ਗਾਲਾਂ ਮੁਕਤ ਸਮਾਜ ਬਣਾਓ, ਗਾਲਾਂ ਮੁਕਤ ਸਮਾਜ ਬਣਾਓ। ਥੈਂਕ ਯੂ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।